ਕੈਨੇਡਾ ਦਾ ਸਟੱਡੀ ਵੀਜ਼ਾ ਕੱਲਾ ਬੱਚੇ ਦਾ ਫਿਊਚਰ ਸਿਕਿਉਰ ਨਹੀਂ ਕਰਦਾ, ਰਾਦਰ ਇਟ ਸਿਕਿਉਰਸ ਦ ਫਿਊਚਰ ਆਫ ਦਾ ਹੋਲ ਫੈਮਿਲੀ। ਬਟ ਕਦੀ ਕਦੀ ਜਦੋਂ ਤੁਸੀਂ ਦੇਖਦੇ ਹੋ ਕਿ ਬੱਚੇ ਦੀ ਰਿਫਿਊਜ਼ਲ ਆ ਜਾਂਦੀ ਹੈ ਕੈਨੇਡਾ ਸਟੱਡੀ ਵੀਜ਼ਾ ਦੀ, ਉਹਦੇ ਬਹੁਤ ਕਾਰਨ ਹੁੰਦੇ ਨੇ। ਐਂਡ ਕਿਤੇ ਨਾ ਕਿਤੇ ਉਹ ਕਾਰਨ ਜਿਹੜੇ ਨੇ ਅਗਰ ਨਹੀਂ ਪਤਾ ਹੋਣ ਬੱਚੇ ਨੂੰ, ਤੇ ਬੱਚਾ ਜਦੋਂ ਦੁਬਾਰਾ ਫਾਈਲ ਰੀਲਾਂਚ ਕਰਦਾ ਤੇ ਦੁਬਾਰਾ ਫੇਰ ਰਿਫਿਊਜ਼ਲ ਨੂੰ ਦੇਖਣੀ ਪੈਂਦੀ ਹੈ। ਠੀਕ ਹੈ, ਸੋ ਐਂਡ ਆਫ ਦਾ ਡੇ ਜਿਹੜਾ ਕਿ ਉਹਦਾ ਮਨ ਟੁੱਟ ਜਾਂਦਾ ਹੈ, ਤੇ ਉਹਦਾ ਜਿਹੜਾ ਇੱਕ ਸੁਪਨਾ ਹੈ ਪੂਰੀ ਫੈਮਿਲੀ ਦਾ ਕਿ ਅਸੀਂ ਆਪਣੇ ਬੱਚੇ ਨੂੰ ਇੱਕ ਪ੍ਰੋਪਰ ਢੰਗ ਨਾਲ ਸੈੱਟ ਕਰੀਏ, ਉਹ ਇੱਕ ਕਹਿ ਲਓ ਕਿ ਇੱਕ ਬੈਕ ਵਿੱਚ ਚਲ ਜਾਂਦਾ। ਐਂਡ ਆਫ ਦਾ ਡੇ ਉਹ ਚੀਜ਼ ਖਤਮ ਹੋ ਜਾਂਦੀ ਹੈ। ਬਟ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ, ਬਿਕੋਜ਼ ਅੱਜ ਦੇ ਟਾਈਮ ਦੇ ਵਿੱਚ ਅਗਰ ਦੇਖੀਏ ਤੇ ਐਵਰੀਬਾਡੀ ਵਾਂਟਸ ਟੂ ਗੋ ਟੂ ਕੈਨੇਡਾ, ਐਂਡ ਮੈਜੋਰਿਟੀ ਆਫ ਦਾ ਪੀਪਲ ਵਾਂਟ ਕਿ ਉਹਨਾਂ ਦਾ ਬੱਚਾ ਕੈਨੇਡਾ ਸਟੱਡੀ ਵੀਜ਼ਾ ਤੇ ਕੈਨੇਡਾ ਪਹੁੰਚ ਜਾਏ, ਉੱਥੇ ਜਾ ਕੇ ਆਪਣੀ ਸਟੱਡੀ ਹਾਸਲ ਕਰੇ, ਐਂਡ ਫਿਰ ਪੱਕਾ ਹੋ ਕੇ ਬਾਕੀ ਫੈਮਿਲੀ ਨੂੰ ਵੀ ਉਧਰਲੇ ਪਾਸੇ ਬੁਲਾਵੇ। ਅੱਛਾ, ਹੁਣ ਅੱਜ ਦੀ ਵੀਡੀਓ ਦੇ ਵਿੱਚ ਇਹੀ ਗੱਲ ਕਰਾਂਗੇ ਕਿ ਕਿਹੜੀ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਫ ਵੀ ਆਰ ਅਪਲਾਈਂਗ ਫॉर ਅ ਕੈਨੇਡਾ ਸਟੱਡੀ ਵੀਜ਼ਾ, ਔਰ ਅਗਰ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਭੇਜ ਰਹੇ ਹਾਂ। ਪਹਿਲੀ ਚੀਜ਼ ਜੋ ਤੁਹਾਨੂੰ ਧਿਆਨ ਰੱਖਣੀ ਚਾਹੀਦੀ ਹੈ ਦੈਟ ਇਜ਼ ਕਿ ਤੁਸੀਂ ਹਮੇਸ਼ਾ ਇੱਕ ਸਰਕਾਰੀ ਕਾਲਜ ਐਡਮਿਸ਼ਨ ਲੈਣੀ ਹੈ। ਹੁਣ ਮੈਂ ਇੱਥੇ ਰਿਪੀਟ ਕਰ ਦਿੰਦਾ, देयर आर अराउंड 2 टाइप ऑफ कॉलेजेस इन कैनेडा। ठीक है, एक होंगे ने प्राइवेट कॉलेज, एक होंगे ने सरकारी कॉलेज। बेटा प्राइवेट कॉलेज जिहड़े ने ਉਹ ਤੁਹਾਨੂੰ वर्क परमिट ਜ਼ਰੂਰੀ ਨਹੀਂ ਕਿ ਹਰ ਪ੍ਰਾਈਵੇਟ ਕਾਲਜ ਤੁਹਾਨੂੰ ਵਰਕ ਪਰਮਿਟ ਦਵੇ। ਠੀਕ ਹੈ, ਸੋ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਸਰਕਾਰੀ ਕਾਲਜ ਐਡਮਿਸ਼ਨ ਲਓ। ਅਗਰ ਪ੍ਰਾਈਵੇਟ ਲੈਣੀ ਪੈ ਜਾਂਦੀ ਹੈ ਸਮ ਕੇਸ, ਇੱਕ ਚੈੱਕ ਕਰ ਲਓ ਕਿ ਪ੍ਰੋਪਰ ਉਸ ਪ੍ਰਾਈਵੇਟ ਕਾਲਜ ਨੂੰ ਅਥਾਰਟੀ ਹੈਗੀ ਹੈ ਵਰਕ ਪਰਮਿਟ ਦੇਣ ਦੀ, ਜਾਂ ਉਹਨੂੰ ਪ੍ਰੋਪਰ ਡੀਐਲਆਈ ਨੰਬਰ ਮਿਲਿਆ ਹੋਇਆ ਕਿ ਨਹੀਂ। ਬਿਕੋਜ਼ ਅਗਰ ਤੁਸੀਂ ਇਦਾਂ ਦਾ ਕੁਝ ਨਹੀਂ ਕਰਦੇ ਤੇ ਤੁਹਾਨੂੰ ਅੱਗੇ ਤੁਹਾਡੀ ਸਟੱਡੀ ਤੋਂ ਬਾਅਦ ਜੋ ਤੁਸੀਂ ਵਰਕ ਪਰਮਿਟ ਸ਼ੁਰੂ ਕਰਨਾ ਉਹ ਤੁਹਾਨੂੰ ਨਹੀਂ ਮਿਲੇਗਾ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਥਿੰਗ ਕਿ ਇਫ ਯੂ ਆਰ ਪਲੈਨਿੰਗ ਫॉर योर ਕੈਨੇਡਾ ਸਟੱਡੀ ਵੀਜ਼ਾ ਐਂਡ ਯੂ ਹੈਵ ਕੰਪਲੀਟਡ योर ਆਇਲਸ, just always think of having a ਸਰਕਾਰੀ ਕਾਲਜ for your education so that ਤੁਹਾਡਾ ਇੱਕ ਫਿਊਚਰ ਸਿਕਿਉਰ ਹੋ ਸਕੇ। ਦੂਜੀ ਚੀਜ਼ ਤੁਸੀਂ ਜੋ ਧਿਆਨ ਰੱਖਣੀ ਉਹ ਇਹ ਹੈ ਕਿ ਕੈਨੇਡਾ ਸਟੱਡੀ ਵੀਜ਼ਾ ਵਿੱਚ ਜੋ ਸਰਕਾਰੀ ਕਾਲਜ ਤੁਸੀਂ ਫੀਸਾਂ ਤਾਰਨੀਆਂ ਨੇ, ਜੋ ਤੁਸੀਂ ਫੀਸ ਦੇਣੀ ਹੈ ਜਿੰਨੀ ਵੀ ਉਹਨਾਂ ਦੀ ਹੈਗੀ ਹੈ, ਉਹ ਹਮੇਸ਼ਾ ਤੁਸੀਂ ਆਪਣੇ ਜੋ ਤੁਹਾਡੇ ਪੇਰੈਂਟਸ ਦੇ ਅਕਾਊਂਟ ਹੈ ਉਹਦੇ ਵਿੱਚ ਉਹੀ ਪੇ ਕਰਨੀ ਚਾਹੀਦੀ ਹੈ ਤੁਹਾਨੂੰ। ਪੇਰੈਂਟਸ ਔਰ ਯਰ ਫੈਮਿਲੀ, do not even try to get your money away from ਕਹ ਲਓ ਕਿ ਇੱਕ ਹੋਰ ਜਿਹੜਾ ਇੱਕ ਵੱਖਰਾ ਢੰਗ ਬਣਾਇਆ ਹੋਇਆ ਕਿ ਏਜੰਟ ਦੇ ਖਾਤੇ ਚੋਂ ਪੇ ਕਰਵਾ ਦਿੰਦੇ ਨੇ। ਬੇਟਾ ਉਹ ਸਿੱਧੀ ਧਾਂਦਲੀ ਹੈ। ਠੀਕ ਹੈ, ਸੋ ਕਦੀ ਵੀ ਇਹ ਵਾਲੀ ਗੱਲ ਨਾ ਕਰਿਓ। ਐਂਡ ਮੈਂ ਇੱਕ ਹੋਰ ਪੁਆਇੰਟ ਮਿਸ ਕਰ ਗਿਆ, ਮੈਂ ਇੱਥੇ ਐਡ ਆਨ ਕਰ ਦਿੰਦਾ। ਸਰਕਾਰੀ ਕਾਲਜ ਦਾ ਇੱਕ ਇਹ ਵੀ ਫਾਇਦਾ ਹੈ ਕਿ ਇਹਦੀ ਫੀਸ ਜਿਹੜੀ ਉਹ ਰੀਜ਼ਨੇਬਲ ਹੁੰਦੀ ਹੈ। ਸੋ ਵੈਦਰ ਯੂ ਆਰ ਗੋਇੰਗ ਟੂ ਟੋਰਾਂਟੋ, ਯੂ ਆਰ ਗੋਇੰਗ ਟੂ ਵੈਨਕੂਵਰ, ਯੂ ਆਰ ਗੋਇੰਗ ਟੂ ਮੌਂਟਰੀਅਲ, ਕੋਸ਼ਿਸ਼ ਕਰੋ ਸਰਕਾਰੀ ਕਾਲਜ ਮਿਲੇ। ਅੱਛਾ, ਕਾਲਜ ਸਿਲੈਕਟ ਕਰਨ ਲੱਗੇ ਹੁਣ ਇੱਕ ਚੀਜ਼ ਹੋਰ ਧਿਆਨ ਤੁਹਾਨੂੰ ਰੱਖਣੀ ਚਾਹੀਦੀ ਹੈ, ਉਹ ਇਹ ਹੈ ਕਿ ਕਾਲਜ ਤੁਹਾਡਾ ਜਿਹੜਾ ਆ ਉਹ ਤੁਹਾਡਾ ਮੈਟਰੋਪੋਲੀਟਨ ਏਰੀਆ ਵਿੱਚ ਹੈ ਕਿ ਉਹ ਤੁਹਾਡਾ ਸਬਰਬ ਵਿੱਚ ਹੈ, ਜਾਂ ਕਹ ਲਓ ਕਿ ਕੁਝ ਐਸੀ ਥਾਂ ਤੇ ਹੈ ਜਿਹੜੀ ਕਿ ਮੈਟਰੋਪੋਲੀਟਨ ਦੇ ਨਾਲ ਹੈ, ਐਂਡ ਆਫ ਦਾ ਡੇ ਤੁਹਾਨੂੰ ਉੱਥੇ ਰਹਿਣਾ ਰੀਜ਼ਨੇਬਲ ਹੋਏਗਾ। ਹੁਣ ਮੈਂ ਇਹਨੂੰ ਇੱਥੇ ਇੱਕ ਐਗਜ਼ਾਮਪਲ ਨਾਲ ਸਮਝਾਉਣਾ ਕਿ ਅਗਰ ਤੁਸੀਂ ਟੋਰਾਂਟੋ ਦੇ ਵਿੱਚ ਜਾ ਕੇ ਕਾਲਜ ਲੈਟਸ ਸੇ ਨਿਆਗਰਾ ਕਾਲਜ ਜਾਂ ਕੋਈ ਵੀ ਜਿਹੜੇ ਨਿਆਗਰਾ ਤੋਂ ਟੋਰਾਂਟੋ ਕੈਂਪਸ ਹੈ, ਟੋਰਾਂਟੋ ਦੇ ਵਿੱਚ ਜਾ ਕੇ ਕਾਲਜ ਸਿਲੈਕਟ ਕਰਦੇ ਹੋ, ਬੇਟਾ ਉੱਥੇ ਜਾ ਕੇ ਕਾਲਜ ਸਿਲੈਕਟ ਕਰਕੇ ਤੁਸੀਂ ਉੱਥੇ ਜਦੋਂ ਪਹੁੰਚ ਗਏ, ਆਈ ਨੋ ਯੂ ਵਿਲ ਹੈਵ ਲੋਟ ਆਫ ਓਪਰਚੁਨਿਟੀਜ਼, ਬਟ ਉੱਥੋਂ ਦੀ ਲਿਵਿੰਗ ਕਾਸਟ ਬਹੁਤ ਜ਼ਿਆਦਾ ਹੋਏਗੀ ਇਨ ਕੰਪੈਰੀਜ਼ਨ ਟੂ all those towns ਜਿਹੜੇ ਕਿ ਉਸ ਮੈਟਰੋਪੋਲੀਟਨ ਦੇ ਆਲੇ ਦੁਆਲੇ ਹੈ ਐਂਡ ਉੱਥੇ ਸਰਕਾਰੀ ਕਾਲਜ ਹੈਗੇ ਨੇ। ਫੋਰ ਐਗਜ਼ਾਮਪਲ ਜਿਵੇਂ ਕਿਚਨਰ ਦੇ ਵਿੱਚ ਤੁਹਾਡਾ ਕਾਲਸਟੋਗਾ ਕਾਲਜ ਹੈਗਾ ਆ। ਠੀਕ ਹੈ, ਜਾਂ ਕਹਿ ਲਓ ਕਿ ਤੁਹਾਡੇ ਲੰਡਨ ਦੇ ਵਿੱਚ ਕੈਲੇ ਕਾਲਜ ਹੈਗੇ, ਫ੍ਰੈਂਚੋ ਕਾਲਜ ਹੈਗੇ ਨੇ। ਠੀਕ ਹੈ, ਸੋ ਜਿਹੜੇ ਇਦਾਂ ਦੇ ਕੈਂਪਸਿਸ ਨੇ ਜਿਹੜੇ ਕਿ ਮੇਨ ਸਿਟੀਜ਼ ਵਿੱਚ ਨਹੀਂ ਹੈਗੇ ਬਟ ਦੇ ਆਰ ਅਰਾਊਂਡ ਦੋਜ਼ ਸਿਟੀਜ਼। ਸੋ ਇੱਕ ਇਹ ਵੀ ਪੁਆਇੰਟ ਹੈ ਕਿ ਤੁਸੀਂ ਆਪਣੀ ਜੌਬ ਵਗੈਰਾ ਜੋ ਸਾਰਾ ਕੁਝ ਵਗੈਰਾ ਹੈਗਾ ਯੂ ਕੈਨ ਡੂ ਇਨ ਯਰ ਟੋਰਾਂਟੋ ਔਰ ਇਨ ਦ ਨੀਅਰ ਬਾਈ ਸਬਅਰਬਨ ਏਰੀਆਜ਼, ਐਂਡ ਉੱਥੇ ਆਪਣੇ ਉੱਥੇ ਰਹਿਣ ਬਸੇਰਾ ਕਰ ਸਕਦੇ ਹੋ ਬਿਕੋਜ਼ ਉਹ ਅਫੋਰਡੇਬਲ ਵੀ ਹੋਏਗਾ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਬਿਫੋਰ ਸਿਲੈਕਟਿੰਗ ਯੋਰ ਕਾਲਜ ਜਸ ਇਹ ਸਾਰੀਆਂ ਚੀਜ਼ਾਂ ਆਪਣੇ ਧਿਆਨ 'ਚ ਰੱਖ ਲਿਓ ਕਿ ਵੱਡੇ ਸ਼ਹਿਰ ਵਿੱਚ ਜਾ ਕੇ ਪੜ੍ਹਨਾ ਹੈ ਕਿ ਇੱਕ ਟਾਊਨ ਦੇ ਵਿੱਚ ਜਾ ਕੇ ਪੜ੍ਹਨਾ ਹੈ ਕਿ ਬਿਲਕੁਲ ਹੀ ਜਿਵੇਂ ਕਹ ਲਓ ਕਿ ਸਸਕੈਚੂਅਨ ਜਾ ਕੇ ਪੜ੍ਹਨਾ ਜਿੱਥੇ ਕਿ ਆਈ ਨੋ ਫੀਸ ਇਜ਼ ਵੈਰੀ ਰੀਜ਼ਨੇਬਲ ਬਟ ਉੱਥੇ ਕੰਮ ਨਹੀਂ ਮਿਲੇਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣਾ ਕਾਲਜ ਸਿਲੈਕਟ ਕਰਿਓ, ਪਰ ਕਰਨਾ ਸਰਕਾਰੀ ਹੈ। ਪ੍ਰੈਫਰੈਂਸ ਉਹਨੂੰ ਦਿਓ, ਨਹੀਂ ਤੁਹਾਨੂੰ ਮਿਲ ਰਿਹਾ ਫੋਰ ਐਗਜ਼ਾਮਪਲ ਜਿਵੇਂ ਐਲਬਰਟਾ ਵਾਲੇ ਪਾਸੇ ਕਹ ਲਓ ਕਿ ਸਰਕਾਰੀ ਕਾਲਜਸ ਘੱਟ ਨੇ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰੀ ਕਾਲਜ ਬਹੁਤ ਥੋੜੇ ਨੇ, ਸੋ ਉਧਰਲੇ ਪਾਸੇ ਤੁਹਾਨੂੰ ਪ੍ਰਾਈਵੇਟ ਜਾਣਾ ਹੀ ਪੈਂਦਾ ਹੈ। ਐਂਡ ਬੈਸਟ ਪਾਰਟ ਇਜ਼ ਕਿ ਉਹਨਾਂ ਦੇ ਜਿਹੜੇ ਪ੍ਰਾਈਵੇਟ ਕਾਲਜਸ ਨੇ ਉਹਨਾਂ ਨੂੰ ਡੀਐਲਆਈ ਨੰਬਰ ਮਿਲਿਆ ਹੋਇਆ। ਸੋ ਇਹ ਹਮੇਸ਼ਾ ਧਿਆਨ ਰੱਖਿਓ ਅਗਰ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਪਲਾਨ ਕਰ ਰਹੇ ਹੋ।
ਫੀਸ ਸਟਰਕਚਰ ਮੈਂ ਤੁਹਾਨੂੰ ਦੱਸ ਚੁੱਕਾ ਹੈ ਕਿ ਉਹਨੂੰ ਕਿੱਦਾਂ ਪੇ ਕਰਵਾਉਣਾ। ਇਟ ਹੈਜ਼ ਟੂ ਬੀ ਫਰਮ ਯੂਰ ਪੇਰੈਂਟਸ ਸਾਈਡ, ਠੀਕ ਹੈ। ਜਿਹੜਾ ਤੁਹਾਡਾ GIC ਹੈਗਾ ਆ, ਜਿਹੜਾ ਤੁਹਾਡਾ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਹੈਗਾ, ਕੋਸ਼ਿਸ਼ ਕਰੋ ਇਟ ਹੈਜ਼ ਟੂ ਬੀ ਫਰਮ ਯੂਰ ਨੋਵਾ ਸਕੋਸ਼ੀਆ ਬੈਂਕ ਔਰ CIBC ਬੈਂਕ। ਇਹ ਦੋ ਸਰਕਾਰੀ ਬੈਂਕਾਂ ਨੇ ਜਿਹਦੇ ਵਿੱਚ ਤੁਹਾਨੂੰ GIC ਅਕਾਊਂਟ ਆਪਣਾ ਖੋਲਣਾ ਚਾਹੀਦਾ ਹੈ ਐਂਡ ਆਪਣਾ ਅਮਾਉਂਟ ਜਿਹੜੀ ਨੇ ਜਿਹੜੇ $10,200 ਹੈਗੇ ਨੇ ਉੱਥੇ ਸ਼ਿਫਟ ਕਰਵਾਉਣੇ ਚਾਹੀਦੇ ਆ। ਇਸ ਤੋਂ ਇਲਾਵਾ ਜਿੰਨੀਆਂ ਵੀ ਬੈਂਕਾਂ ਨੇ ਹੋਰ ਵੀ ਹੈਗੀਆਂ ਨੇ, ਬਟ ਮੈਂ ਉਹਨਾਂ ਵਿੱਚ ਤੁਹਾਨੂੰ ਸੁਜੈਸ਼ਨ ਦਊਂਗਾ ਕਿ ਨਾ ਖਾਤਾ ਖੁਲਵਾਇਓ, ਉਹਦੇ ਤੁਹਾਨੂੰ ਪ੍ਰੋਪਰ ਸਰਵਿਸਿਜ਼ ਉੱਥੇ ਨਹੀਂ ਮਿਲਣਗੀਆਂ ਐਂਡ ਇੱਕ ਤੁਹਾਨੂੰ ਹੋਰ ਇੱਕ ਮੁਸ਼ਕਿਲ ਹੋਏਗਾ ਤੁਹਾਨੂੰ ਉੱਥੇ ਜਾ ਕੇ ਸਟੇ ਕਰਨਾ ਐਂਡ ਈਵਨ ਉੱਥੇ ਆਪਣਾ ਡੇਲੀ ਸਾਰਾ ਰੂਟੀਨ ਜੋ ਤੁਸੀਂ ਕਰਦੇ ਹੋ ਉਹਨੂੰ ਮੇਨਟੇਨ ਕਰਨਾ। ਬਿਕੋਜ਼ ਅਗਰ ਬੈਂਕ ਵਿੱਚ ਤੁਹਾਨੂੰ ਪੈਸੇ ਨਹੀਂ ਮਿਲ ਰਹੇ ਜਾਂ ਤੁਹਾਨੂੰ ਕਹ ਲਓ ਕਿ ਪ੍ਰੋਪਰ ATMs ਨਹੀਂ ਅਵੇਲੇਬਲ ਹੈਗੇ ਜਾਂ ATM ਜਾਂ ਤੁਹਾਡੇ ਸਟੇਸ਼ਨਸ ਨਹੀਂ ਅਵੇਲੇਬਲ ਹੈਗੇ, ਦੈਨ ਹਾਊ ਵਿਲ ਯੂ ਸਸਟੇਨ। ਸੋ GIC ਤਾਂ ਬਹੁਤ ਇੰਪੋਰਟੈਂਟ ਹੈ। ਐਂਡ ਇੱਕ ਚੀਜ਼ ਹੋਰ ਧਿਆਨ ਰੱਖਿਓ, ਇੱਕ ਚੀਜ਼ ਹੁੰਦੀ ਹੈ ਜੋ ਹਮੇਸ਼ਾ ਕਹਿੰਦੇ ਕਿ ਰੈਲੇਵੈਂਟ ਸਬਜੈਕਟ ਲੈਣਾ ਹੈ। ਮੈਂ ਹੁਣ ਰੈਲੇਵੈਂਟ ਸਬਜੈਕਟ ਵੀ ਸਮਝਾ ਦੇਣਾ। ਕੋਸ਼ਿਸ਼ ਕਰੋ, ਇਮੇजिन दैट ਕਿ ਮੈਂ ਕਾਮਰਸ ਪੜ੍ਹੀ ਹੋਈ ਹੈ, ਠੀਕ ਹੈ, ਇਹਦਾ ਮਤਲਬ ਮੈਂ +2 ਤੋਂ ਬਾਅਦ ਕੋਰਸ ਮੈਂ ਬਿਜ਼ਨਸ ਦਾ ਲੈ ਸਕਦਾ ਹੈ, ਠੀਕ ਹੈ। ਮੈਂ ਬਾਇਓਟੈਕ ਦਾ ਕੋਰਸ ਨਹੀਂ ਲੈ ਸਕਦਾ ਬਿਕੋਜ਼ ਬਾਇਓਟੈਕ ਦਾ ਕੋਰਸ ਜਿਹੜਾ ਹੈ ਉਹ ਮੈਡੀਕਲ ਦੇ ਬੱਚੇ ਲੈ ਸਕਦੇ ਨੇ, ਠੀਕ ਹੈ। ਆਰਟਸ ਵਾਲੇ ਬੱਚੇ ਜਨਰਲ ਆਰਟਸ ਐਂਡ ਸਾਇੰਸ ਦਾ ਕੋਰਸ ਲੈ ਸਕਦੇ ਨੇ, ਬੇਕਰੀ ਦਾ ਕੋਰਸ ਲੈ ਸਕਦੇ ਨੇ, ਟੂਰਿਜ਼ਮ ਦਾ ਕੋਰਸ ਲੈ ਸਕਦੇ ਨੇ, ਠੀਕ ਹੈ। ਨਾਨ ਮੈਡੀਕਲ ਦੇ ਬੱਚੇ ਜਿਹੜੇ ਨੇ ਮਕੈਨੀਕਲ ਦਾ ਕੋਰਸ ਲੈ ਸਕਦੇ ਨੇ, ਕੰਪਿਊਟਰ ਇੰਜੀਨੀਅਰਿੰਗ ਦਾ ਕੋਰਸ ਲੈ ਸਕਦੇ ਨੇ ਅਗਰ ਕੰਪਿਊਟਰ ਇੰਜੀਨੀਅਰਿੰਗ ਜਾਂ ਕਹ ਲਓ ਕੰਪਿਊਟਰ ਐਪਲੀਕੇਸ਼ਨਸ ਉਹਨਾਂ ਨੇ +2 ਵਿੱਚ ਪੜਿਆ ਹੋਇਆ। ਸੋ ਕਹਿਣ ਦਾ ਮੋਟਿਵ ਕੀ ਆ ਕਿ ਹਮੇਸ਼ਾ ਕੋਸ਼ਿਸ਼ ਕਰੋ the subjects that you have studied in your +2 ਸਿਰਫ ਉਹੀ ਸਬਜੈਕਟ ਉੱਥੇ ਜਾ ਕੇ ਕੰਟੀਨਿਊ ਕਰੋ। ਬਿਕੋਜ਼ ਇਫ ਯੂ ਆਰ ਟੇਕਿੰਗ ਨਿਊ ਸਬਜੈਕਟਸ ਵਿਚ ਯੂ ਹੈਵ ਨਾਟ ਸਟੱਡੀਡ ਇਨ ਯੂਰ +2 ਤੁਹਾਡਾ ਵੀਜ਼ਾ ਰਿਜੈਕਟ ਹੋ ਜਾਏਗਾ। ਕਾਲਜ ਨੇ ਤਾਂ ਆਫਰ ਲੈਟਰ ਦੇ ਦੇਣੀ ਐਂਡ ਫੀਸਾਂ ਵੀ ਪੇ ਹੋ ਜਾਣਗੀਆਂ, ਬਟ ਅਗਰ ਤੁਹਾਡਾ ਵੀਜ਼ਾ ਨਹੀਂ ਆਇਆ ਦੈਨ ਇਹ ਮੰਨ ਕੇ ਚੱਲੋ ਕਿ ਤੁਹਾਡਾ ਫਿਊਚਰ ਜਿਹੜਾ ਹੈਗਾ ਉਹ ਰਿਸਕ ਜ਼ੋਨ ਦੇ ਵਿੱਚ ਹੈ। ਸੋ ਆਲਵੇਸ ਟੇਕ ਯੂਰ ਰੈਲੇਵੈਂਟ ਸਬਜੈਕਟਸ। ਆਪਣੇ +2 ਦੇ ਜੋ ਸਬਜੈਕਟ ਨੇ ਉਸ ਹਿਸਾਬ ਨਾਲ ਦੇਖੋ ਕਿ ਮੇਰੇ ਰੈਲੇਵੈਂਟ ਸਬਜੈਕਟ ਕੀ ਬਣਦੇ ਨੇ, ਠੀਕ ਹੈ, ਐਂਡ ਫਿਰ ਆਪਣਾ ਵੀਜ਼ਾ ਹਾਸਿਲ ਕਰੋ ਐਂਡ ਤੁਹਾਡਾ ਇੱਕ ਫਿਊਚਰ ਬ੍ਰਾਈਟ ਹੋਏਗਾ। ਹੋਰ ਚੀਜ਼ ਜੋ ਬਹੁਤ ਇੰਪੋਰਟੈਂਟ ਹੈ, ਜਿਹੜਾ ਮੈਡੀਕਲ ਹੈ, ਮੈਡੀਕਲ ਤੁਹਾਡਾ ਪੂਰਾ ਸਾਲ ਲਈ ਵੈਲੀਡੇਟ ਹੁੰਦਾ, ਪੂਰੇ ਸਾਲ ਲਈ ਵੈਲਿਡ ਹੁੰਦਾ। ਅੱਜ ਕੱਲ ਤੇ ਕੋਈ ਇਸ਼ੂ ਨਹੀਂ ਹੈ, ਮੈਡੀਕਲ ਦੀ ਅਪਾਇੰਟਮੈਂਟ ਪਹਿਲਾਂ ਮਿਲ ਜਾਂਦੀ ਹੈ ਐਂਡ ਬੜੇ ਆਰਾਮ ਨਾਲ 3-4 ਦਿਨ ਬਾਅਦ ਹੀ ਮੈਡੀਕਲ ਮਿਲ ਜਾਂਦੀ ਹੈ। ਬਟ ਮੇਰੀ ਸੁਜੈਸ਼ਨ ਹੈ ਕਿ ਵਾਂਸ ਯੂ ਅਪਲਾਈ ਫॉर ਯੂਰ ਆਫਰ ਲੈਟਰ ਮੈਡੀਕਲ ਵੀ ਨਾਲ ਦੇ ਨਾਲ ਕਰਵਾ ਲਿਆ ਕਰੋ ਬਿਕੋਜ਼ ਕਈ ਵਾਰੀ ਟਾਈਮ ਜ਼ਿਆਦਾ ਲੱਗ ਜਾਂਦਾ ਹੁੰਦਾ, ਤੁਹਾਡੀ ਫਾਈਲ ਲੇਟ ਹੋ ਸਕਦੀ ਹੈ। ਐਂਡ the best time for applying for any kind of visa ਚਾਹੇ ਸਟੱਡੀ ਵੀਜ਼ਾ ਹੈਗਾ ਆ, that is ਕਿ ਅਗਰ ਲੈਟਸ ਸੇ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਫਾਈਲਾਂ ਮੈਂ ਲਾ ਰਿਹਾ ਆ, ਜਿਹੜੀ ਸਾਡੇ ਕਹ ਲੋ ਕਿ ਪੂਰੇ ਦੇ ਪੂਰੇ ਵੀ ਆਲ ਆਰ ਡੂਇੰਗ ਇਟ ਰਾਈਟ ਨਾਓ, ਦੈਟ ਇਜ਼ ਉਹ ਜੈਨ ਇਨਟੇਕ ਦੀਆਂ ਫਾਈਲਾਂ ਲੱਗ ਰਹੀਆਂ ਨੇ, ਉਹ ਈਵਨ ਮਈ ਇਨਟੇਕ ਵੀ ਸਾਡਾ ਸ਼ੁਰੂ ਹੋ ਚੁੱਕਾ ਆ। ਸਪਟੈਂਬਰ ਇਨਟੇਕ ਦੇ ਲਈ ਬੱਚਿਆਂ ਨੇ ਹੁਣ ਜਾਣਾ ਹੈ। ਸੋ ਨੈਵਰ ਐਵਰ ਥਿੰਕ ਅਬਾਊਟ ਕਿ ਤੁਸੀਂ ਸਪਟੈਂਬਰ ਇਨਟੇਕ ਹੁਣ ਅਪਲਾਈ ਕਰ ਲਓਗੇ, ਠੀਕ ਹੈ। ਸੋ ਤੁਹਾਡਾ ਇਸ ਵੇਲੇ ਤੁਹਾਡੇ ਜੋ ਕਹ ਲੋ ਕਿ ਕਾਲਜਸ ਨੇ ਸਪਟੈਂਬਰ ਇਨਟੇਕ ਖਤਮ ਕਰ ਚੁੱਕੇ ਨੇ, ਆਲਮੋਸਟ ਜੈਨ ਇਨਟੇਕ ਵੀ ਖਤਮ ਹੋ ਚੁੱਕਾ ਆ। ਪੀਪਲ ਆਰ ਨਾਓ ਅਪਲਾਈਂਗ ਫॉर द ਮਈ ਇਨਟੇਕ ਐਂਡ ਦਿਸ ਇਜ਼ ਯੂਰ ਜੁਲਾਈ। ਤੁਸੀਂ ਜੁਲਾਈ ਦੇ ਵਿੱਚ ਅਗਲੇ ਮਈ ਇਨਟੇਕ ਲਈ ਕਾਲਜ ਅਪਲਾਈ ਕਰ ਰਹੇ ਹੋ। ਸੋ ਆਪਣਾ ਟਾਈਮ ਜਿਹੜਾ ਆ ਉਹਨੂੰ ਬਹੁਤ ਵਾਈਜ਼ਲੀ ਡਿਸਾਈਡ ਕਰੋ ਵਾਟ ਯੂ ਆਰ ਡੂਇੰਗ। ਤੁਸੀਂ ਆਇਲਸ ਕਰ ਲਈ ਹੈ, ਦੈਟਸ ਵੈਰੀ ਗੁੱਡ, ਦੈਟਸ ਗ੍ਰੇਟ, ਬਟ ਡੋਂਟ ਵੇਸਟ ਯੂਰ ਟਾਈਮ ਹੇਅਰ ਐਂਡ ਦੇਅਰ। ਆਪਣੇ ਕਾਲਜ ਸ਼ਾਰਟਲਿਸਟ ਕਰੋ ਐਂਡ ਆਪਣੇ ਆਫਰ ਲੈਟਰਸ ਅਪਲਾਈ ਕਰੋ ਤਾਂ ਕਿ ਤੁਹਾਡਾ ਇੱਕ ਸਿਕਿਉਰ ਹੋ ਸਕੇ ਫਿਊਚਰ। ਐਂਡ ਇੱਕ ਚੀਜ਼ ਹੋਰ, ਕਈ ਵਾਰੀ ਆਇਲਸ ਕਰਦੇ ਕਰਦੇ ਜ਼ਿਆਦਾ ਟਾਈਮ ਲੱਗ ਜਾਂਦਾ। ਹੁਣ ਜਿਵੇਂ ਮੈਜੋਰਿਟੀ ਜਿਹੜੀ ਸਾਡੀ ਕੋਲ ਫਾਈਲਸ ਨੇ ਜਿਹੜੀਆਂ ਨੇ ਉਹ 2022 ਪਾਸ ਆਊਟ ਫਾਈਲਸ ਆ ਰਹੀਆਂ ਨੇ, 23 ਵਾਲੇ ਬੱਚੇ ਆ ਰਹੇ ਨੇ ਬਟ 22 ਵਾਲੇ ਜ਼ਿਆਦਾ ਨੇ। ਹੁਣ 1 ਸਾਲ ਦਾ ਗੈਪ, 1.5 ਸਾਲ ਦਾ ਗੈਪ, ਉਹਨੂੰ ਇੱਕ ਪ੍ਰੋਪਰ ਕੋਈ ਨਾ ਕੋਈ ਇੱਕ ਕਹ ਲਓ ਕਿ ਇੱਕ ਚੰਗੇ ਢੰਗ ਦੇ ਨਾਲ ਉਹਨੂੰ ਡਿਫਾਈਨ ਕਰੋ ਕਿ ਤੁਸੀਂ ਉਸ 1 ਸਾਲ ਦੇ ਵਿੱਚ ਕੀ ਕੀਤਾ। ਤੁਸੀਂ ਕੁਕਿੰਗ ਵੀ ਕਰ ਸਕਦੇ ਹੋ, ਤੁਸੀਂ ਕੰਪਿਊਟਰ ਦਾ ਕੋਰਸ ਵੀ ਕੋਈ ਕੀਤਾ ਹੋ ਸਕਦਾ ਆ, ਤੁਹਾਡਾ ਕੋਈ ਕੁਕਿੰਗ ਮੈਂ ਰਿਪੀਟ ਕਰ ਗਿਆ, ਬੇਕਰੀ ਦਾ ਕੋਈ ਕੋਰਸ ਕੀਤਾ ਹੋ ਸਕਦਾ ਆ, ਹੇਅਰ ਡਰੈਸਿੰਗ ਦਾ ਕੋਰਸ ਕੀਤਾ ਹੋ ਸਕਦਾ ਆ। ਸੋ ਉਹ ਜਿਹੜਾ 1 ਸਾਲ ਤੁਸੀਂ ਕੁਝ ਵੀ ਕੀਤਾ ਆ ਇਨ ਯੋਰ ਫ੍ਰੀ ਟਾਈਮ, ਉਹਦਾ ਨਾਲ ਸਰਟੀਫਿਕੇਟ ਜਾਂ ਗੈਪ ਤੁਹਾਨੂੰ ਲਾਉਣਾ ਚਾਹੀਦਾ ਹੈ। ਜਾਂ ਕਿਉਂ? ਬਿਕੋਜ਼ ਉਹਦੇ ਨਾਲ ਤੁਹਾਡਾ ਵੀਜ਼ਾ ਸਿਕਿਉਰ ਹੋ ਜਾਏਗਾ। ਐਂਡ ਜਿੱਥੋਂ ਤੱਕ ਗੱਲ ਰਹੀ ਤੁਹਾਡੇ ਪੇਰੈਂਟਸ ਦੇ ਡਾਕੂਮੈਂਟਸ ਦੀ, ਬੇਟਾ ਇਨਕਮ ਟੈਕਸ ਰਿਟਰਨਸ ਆਰ ਵੈਰੀ ਇੰਪੋਰਟੈਂਟ ਫॉर ਯੋਰ ਐਪਲੀਕੇਸ਼ਨ ਬਿਕੋਜ਼ ਤੁਹਾਨੂੰ ਇੱਕ ਪ੍ਰੋਪਰ ਪ੍ਰੂਫ ਦੇਣਾ ਪਏਗਾ ਕਿ ਜਿਹੜੀ ਫੀਸ ਤਾਰੀ ਹੈ ਉਹ ਤੁਸੀਂ ਕਿੱਥੋਂ ਤਾਰੀ ਹੈ, ਉਹ ਕਿਹਨੇ ਦਿੱਤੇ ਨੇ ਪੈਸੇ। ਅਗਰ ਤੁਹਾਡੇ ਪੇਰੈਂਟਸ ਨੇ ਦਿੱਤੇ ਨੇ ਸੋ ਆਰ ਦੇ ਵਰਕਿੰਗ, ਐਂਡ ਇਫ ਦੇ ਆਰ ਵਰਕਿੰਗ ਕਿ ਉਹਦਾ ਟੈਕਸੇਬਲ ਉਹ ਕਹ ਲਓ ਕਿ ਸਲੈਬ ਵਿੱਚ ਆਉਂਦੇ ਨੇ ਕਿ ਨਹੀਂ ਆਉਂਦੇ ਨੇ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਬਿਫੋਰ ਯੂ ਅਪਲਾਈ ਫॉर ਅ ਕੈਨੇਡਾ ਸਟੱਡੀ ਵੀਜ਼ਾ। ਐਂਡ ਐਂਡ ਆਫ ਦ ਡੇ ਅਗਰ ਤੁਹਾਨੂੰ ਮੈਂ ਰਿਪੀਟ ਕਰਦਾ, ਇਫ ਯੂ ਫਾਈਂਡ ਐਨੀ ਕਾਈਂਡ ਆਫ ਇਸ਼ੂ ਇਨ ਯੋਰ ਐਪਲੀਕੇਸ਼ਨ ਜਾਂ ਕਹ ਲਓ ਕਿ ਤੁਹਾਨੂੰ ਤੁਹਾਡੀ ਪ੍ਰੋਫਾਈਲ ਬਾਰੇ ਕੋਈ ਡਾਊਟ ਹੈ, ਮੈਨੂੰ ਕਮੈਂਟ ਬਾਕਸ ਵਿੱਚ ਜਸਟ ਇੱਕ ਇੰਨਾ ਹੀ ਲਿਖ ਦਿਓ ਕਿ ਸਰ ਆਈ ਹੈਵ ਡਾਊਟ,
ਮੈਂ ਤੁਹਾਨੂੰ ਕੰਟੈਕਟ ਕਰੂੰਗਾ ਡਾਇਰੈਕਟਲੀ, ਆਈ ਵਿਲ ਕੰਟੈਕਟ ਯੂ ਐਂਡ ਤੁਹਾਡੀ ਜਿੰਨੀ ਹੈਲਪ ਕਰ ਸਕਦਾ ਹੋਊਗਾ ਮੈਂ ਕਰੂੰਗਾ। ਬਿਕੋਜ਼ ਐਂਡ ਆਫ ਦ ਡੇ ਇੱਕ ਚੀਜ਼ ਯਾਦ ਰੱਖਿਓ, ਅਗਰ ਸਹੀ ਢੰਗ ਦੇ ਨਾਲ ਕੋਈ ਐਪਲੀਕੇਸ਼ਨ ਤੁਸੀਂ ਲਾਂਚ ਕਰਦੇ ਹੋ ਕੈਨੇਡਾ ਦੀ ਤੇ ਉਹਦਾ ਵੀਜ਼ਾ 101% ਆਉਂਦਾ ਹੈ। ਅਗਰ ਤੁਸੀਂ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਕੋਈ ਇੱਧਰ ਹਿਲਜੁਲ ਹੋਈ ਹੈ ਐਂਡ ਤੁਹਾਡੇ ਕਹ ਲਓ ਕਿ ਐਪਲੀਕੇਸ਼ਨ ਪ੍ਰੋਪਰ ਨਹੀਂ ਹੈਗੀ, ਤੁਹਾਡਾ ਕਾਲਜ ਜਿਹੜਾ ਹੈਗਾ ਉਹ ਪ੍ਰੋਪਰ ਵਰਕ ਪਰਮਿਟ ਨਹੀਂ ਦਿੰਦਾ, ਜਾਂ ਕਹ ਲਓ ਕਿ ਤੁਹਾਡਾ ਗੈਪ ਜਿਹੜਾ ਪ੍ਰੋਪਰ ਜਸਟੀਫਾਈ ਨਹੀਂ ਹੈਗਾ, ਦੈਨ ਐਂਡ ਆਫ ਦਾ ਡੇ ਤੁਹਾਡਾ ਵੀਜ਼ਾ ਰਿਜੈਕਟ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ ਨੇ। ਸੋ ਉਮੀਦ ਹੈ ਅੱਜ ਜੋ ਮੈਂ ਤੁਹਾਨੂੰ ਗੱਲਾਂ ਕਹੀਆਂ ਨੇ ਤੁਹਾਨੂੰ ਸਮਝ ਲੱਗੀਆਂ ਹੋਣਗੀਆਂ। ਟੁਡੇਜ਼ ਵੀਡੀਓ ਵਾਸ ਆਲ ਅਬਾਊਟ ਯੂਰ ਕੈਨੇਡਾ ਸਟੱਡੀ ਵੀਜ਼ਾ ਐਂਡ ਕੀ ਕਿਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਤੁਸੀਂ ਇਸ ਵੀਡੀਓ ਨੂੰ ਦੁਬਾਰਾ ਸੁਣ ਸਕਦੇ ਹੋ ਬਿਕੋਜ਼ ਇਟਸ ਅ ਵੈਰੀ ਹੌਟ ਟੌਪਿਕ ਐਂਡ ਇਹਨੂੰ ਇੱਕ ਵਾਰੀ ਤੁਸੀਂ ਅਗਰ ਸਮਝ ਕੇ ਦੇਖੋਗੇ ਤੇ ਆਪਣਾ ਫਿਊਚਰ ਖੁਦ ਬ ਖੁਦ ਸਿਕਿਉਰ ਕਰ ਪਾਓਗੇ। So share it with your parents as well and share it with your children as well if parents are watching this and ਆਪਣੇ ਆਪ ਨੂੰ ਜ਼ਿਆਦਾ ਜਾਗਰੂਕ ਕਰੋ। So thank you everybody and bless you.